प्यार भरी सत श्री अकाल। मैं प्रवीण कौर टिवाणा, सरकारी सीनियर सैकेंडरी स्कूल जयसिंह वाला बठिंडा। प्यारे विद्यार्थियों, अज गल करांगे व्याकरण दे अंग अर्थबोध बारे। 6वीं जमात तो 10वीं जमात सारियां जमातां दे पाठक्रम दे अंतर्गत व्याकरण दे बारे व्याकरण दे अंगां बारे पढ़दे हाँ। विद्यार्थियों, मनुख अपने विचारां जां मनोभावां नूं दूसरे मनुखां नाल जिस साधन राहीं साझा करदा है उसनूं भाषा जां बोली कहा जांदा है। ते बोली जां भाषा नूं शुद्ध रूप विच लिखण जां बोलण लई जिन्हां नियमां दी वरतों कीती जांदी है उसनूं व्याकरण कहा जांदा है। जां कह सकते हैं व्याकरण वो विद्या है जिस विच भाषा दे नियमां नूं जाणिया ते समझिया जांदा है। व्याकरण दे 4 अंग जां भाग मन्ने गए हैं। धुनियां दा अध्ययन धुनीबोध, शब्दां दा अध्ययन शब्दबोध, वाकां दा अध्ययन वाकबोध ते शब्दां ते वाकां दे अर्थां दा अध्ययन अर्थबोध। ते अज गल करांगे व्याकरण दे अंग अर्थबोध ते। अर्थबोध तो भाव शब्दां दी अर्थ दे पक्ष तो कीती गई व्याख्या। शब्दां दी अर्थ दे पक्ष तो कीती गई व्याख्या। अर्थां दे पक्ष तो शब्दां दी व्याख्या जां अर्थां पक्षों शब्दां दा अध्ययन 4 तरह नाल कीता जांदा है। पहला है बहु अर्थक शब्द। बहु अर्थक शब्द वो शब्द हुंदा है जिस दे अर्थ एक तो वध होण। आम तौर ते बहु अर्थक शब्द उन्हां शब्दां नूं कहा जांदा है जिन्हां दे शब्द जोड़ अते उचारण तां इक्को जिहे हुंदे हन पर अर्थां विच ढेर अंतर हुंदा है। कई वारी इक्को जिहे जापदे शब्द ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ। ਜਿਵੇਂ ਆਪਾਂ ਉਦਾਹਰਨ ਲਈਏ ਉੱਚਾ। ਉੱਚਾ ਸ਼ਬਦ ਸਾਡੇ ਕੋਲ ਹੈ ਤੇ ਇਸ ਦਾ ਆਪਾਂ ਵਾਕ ਬਣਾਈਏ ਤਾਂ ਇਸ ਦਾ ਅਰਥ ਹੈ ਜਿਹੜਾ ਉਹਦੇ ਵਿੱਚ ਅੰਤਰ ਆਏਗਾ। ਇਸ ਪਿੰਡ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ। ਉਸਨੂੰ ਉੱਚਾ ਸੁਣਦਾ ਹੈ। ਜਾਂ ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ। ਹੁਣ ਇਹ ਉੱਚਾ ਸ਼ਬਦ ਦੇ ਵੱਖ-ਵੱਖ ਵਾਕ ਬਣਾਏ ਤਾਂ ਇਸ ਦਾ ਅਰਥ ਵੱਖਰਾ ਵੱਖਰਾ ਜਿਹੜਾ ਉਹ ਸਾਡੇ ਸਾਹਮਣੇ ਆ ਰਿਹਾ ਹੈ। ਜਿਵੇਂ ਆਪਾਂ ਅਗਲਾ ਸ਼ਬਦ ਲਈਏ ਜੱਗ। ਜਦੋਂ ਮੀਂਹ ਨਹੀਂ ਪੈਂਦਾ ਤਾਂ ਸਾਡੇ ਪਿੰਡ ਵਾਲੇ ਮਿੱਠੇ ਚੌਲਾਂ ਦਾ ਜੱਗ ਕਰਦੇ ਹਨ। ਦੂਜਾ ਵਾਕ ਸਿਆਣਿਆਂ ਨੇ ਕਿਹਾ ਹੈ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਜਾਂ ਇੱਕ ਹੋਰ ਵਾਕ ਬਣਾਈਏ ਠੰਡੀ ਲੱਸੀ ਦਾ ਜੱਗ ਭਰਿਆ ਪਿਆ ਹੈ। ਹੁਣ ਇਹ ਤਿੰਨੇ ਵਾਕਾਂ ਦੇ ਵਿੱਚ ਜੱਗ ਸ਼ਬਦ ਹੈ ਜਿਹੜੇ ਇਹਦੇ ਅਰਥਾਂ ਦੇ ਵਿੱਚ ਅੰਤਰ ਜੋ ਸਾਨੂੰ ਦਿਖਾਈ ਦਿੰਦਾ ਹੈ। ਜਿਵੇਂ ਆਪਾਂ ਸ਼ਬਦ ਲਈਏ ਫੁੱਲ। ਸਾਡੇ ਸਕੂਲ ਦੇ ਬਗੀਚੇ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹਨ। ਜਾਂ ਇਸ਼ਨਾਨ ਕਰਨ ਨਾਲ ਮਨ ਖੁਸ਼ ਅਤੇ ਸਰੀਰ ਹੌਲਾ ਫੁੱਲ ਹੋ ਜਾਂਦਾ ਹੈ। ਜਾਂ ਇੱਕ ਹੋਰ ਵਾਕ ਬੱਚੇ ਗੁਣਵਾਨ ਹੋਣ ਤਾਂ ਮਾਪੇ ਫੁੱਲ ਫੁੱਲ ਬਹਿੰਦੇ ਹਨ। ਇਸ ਤਰ੍ਹਾਂ ਜਦੋਂ ਅਸੀਂ ਇੱਕੋ ਸ਼ਬਦ ਨੂੰ ਲੈ ਕੇ ਉਸਦੇ ਵੱਖ-ਵੱਖ ਵਾਕ ਬਣਾ ਰਹੇ ਹਾਂ ਤਾਂ ਸਾਨੂੰ ਅਰਥਾਂ ਉਸਦੇ ਸ਼ਬਦ ਦੇ ਅਰਥ ਜਿਹੜੇ ਆ ਉਹ ਵੱਖਰੇ ਵੱਖਰੇ ਪਤਾ ਲੱਗਦੇ ਹੈ। ਅਤੇ ਅਰਥਬੋਧ ਦੇ ਵਿੱਚ ਅਗਲਾ ਭਾਗ ਹੈ ਜਿਹੜਾ ਉਹ ਹੈ ਸਮਾਨਾਰਥਕ ਸ਼ਬਦ। ਸਮਾਨਾਰਥਕ ਸ਼ਬਦ ਇੱਕ ਹੀ ਸ਼ਬਦ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਹੁੰਦੇ ਹਨ। ਇੱਕ ਹੀ ਅਰਥ ਨੂੰ ਪ੍ਰਗਟਾਉਣ ਲਈ ਕਈ ਸ਼ਬਦ ਹੁੰਦੇ ਹਨ। ਸਮਾਨਾਰਥਕ ਸ਼ਬਦ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਸਮਾਨ ਤੇ ਅਰਥਕ। ਸਮਾਨ ਤੋਂ ਭਾਵ ਹੈ ਇੱਕੋ ਜਿਹਾ, ਅਰਥਕ ਤੋਂ ਭਾਵ ਹੈ ਅਰਥ ਵਾਲਾ।
ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ਸਮਾਨਾਰਥਕ ਸ਼ਬਦ ਅਖਵਾਉਂਦੇ ਹਨ। ਜਿਵੇਂ ਆਪਾਂ ਸ਼ਬਦ ਲਈਏ ਉੱਤਮ, ਉੱਤਮ ਸ਼ਬਦ ਇੱਕ ਹੋਰ ਸ਼ਬਦ ਹੈ ਚੰਗਾ, ਸ੍ਰੇਸ਼ਟ, ਵਧੀਆ। ਇਹ ਵੱਖਰੇ ਵੱਖਰੇ ਸ਼ਬਦ ਆਪਾਂ ਵਰਤ ਰਹੇ ਹਾਂ, ਪਰ ਅਰਥ ਇਹਨਾਂ ਦਾ ਇੱਕ ਹੀ ਨਿਕਲਦਾ ਹੈ। ਵਿਦਿਆਰਥੀਓ, ਤੁਹਾਡੇ ਲਈ ਸਮਾਨਾਰਥਕ ਸ਼ਬਦਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੇ ਨਾਲ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ। ਸ਼ਬਦ ਭੰਡਾਰ ਸਾਡਾ ਵੱਧ ਜਾਂਦਾ ਹੈ ਅਤੇ ਅਸੀਂ ਭਾਵਾਂ ਨੂੰ, ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਨੇੜੇ ਦੇ ਅਰਥ ਰੱਖਦੇ ਸ਼ਬਦ ਹੁੰਦੇ ਹੈ, ਉਹਨਾਂ ਨੂੰ ਅਸੀਂ ਵਰਤ ਸਕਦੇ ਹਾਂ। ਇਸ ਕਰਕੇ ਸਾਨੂੰ ਸਮਾਨਾਰਥਕ ਸ਼ਬਦ ਜਿਹੜੇ ਹੈ ਉਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਇੱਕ ਹੋਰ ਸ਼ਬਦ ਦੀ ਉਦਾਹਰਨ ਲੈ ਸਕਦੇ ਹਾਂ, ਆਦਰ, ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਓ ਭਗਤ। ਇਸ ਤਰ੍ਹਾਂ ਇਹਨਾਂ ਦਾ ਅਰਥ ਹੈ ਜੋ ਉਹ ਇੱਕ ਹੀ ਹੈ, ਪਰ ਅਸੀਂ ਇਹਦੇ ਲਈ ਸ਼ਬਦ ਹੈ ਜਿਹੜੇ ਉਹ ਵੱਖਰੇ ਵੱਖਰੇ ਵਰਤ ਸਕਦੇ ਹਾਂ। ਅਰਥਬੋਧ ਦੇ ਵਿੱਚ ਅਗਲਾ ਭਾਗ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ ਹੈ। ਹਰ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ। ਇਸ ਦੇ ਨਾਲ ਜਦੋਂ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਦੇ ਹਾਂ ਤਾਂ ਸਾਡੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਅਸੀਂ ਤਾਂ ਸਾਡੀ ਸੰਖੇਪਤਾ ਆਉਂਦੀ ਹੈ, ਪ੍ਰਭਾਵ ਵੀ ਵੱਧਦਾ ਹੈ। ਜੇ ਆਪਾਂ ਕਿਸੇ ਬਾਰੇ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ ਭੁੱਲ ਜਾਂਦਾ ਹੈ ਜਾਂ ਉਹ ਕੋਈ ਗੱਲ ਯਾਦ ਨਹੀਂ ਰੱਖ ਸਕਦਾ, ਅਸੀਂ ਇਹਨਾਂ ਵਾਕ ਬੋਲਣ ਦੀ ਬਜਾਏ ਅਸੀਂ ਕਹਿ ਸਕਦੇ ਹਾਂ, ਉਸ ਦੇ ਲਈ ਸ਼ਬਦ ਵਰਤ ਸਕਦੇ ਹਾਂ ਭੁਲੱਕੜ। ਭੁਲੱਕੜ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਹਿਣ ਨਾਲ ਗੱਲ ਸੰਖੇਪ ਵੀ ਹੋ ਜਾਂਦੀ ਹੈ ਅਤੇ ਪ੍ਰਭਾਵ ਵੀ ਵੱਧਦਾ ਹੈ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਦੋਂ ਵਰਤੇ ਜਾਂਦੇ ਹੈ ਤਾਂ ਕਈ ਵਾਰ ਅਗੇਤਰ ਪਿਛੇਤਰ ਲਾ ਕੇ ਨਵੇਂ ਸ਼ਬਦਾਂ ਦੀ ਉਤਪਤੀ ਕੀਤੀ ਜਾਂਦੀ ਹੈ। ਸਮਾਸ ਵਿਧੀ ਰਾਹੀਂ ਵਾਕੰਸ਼ਾਂ ਦੀ ਥਾਂ ਇੱਕ ਸ਼ਬਦ, ਮੁਹਾਵਰੇ, ਅਖੌਤਾਂ ਦੀ ਸਿਰਜਣਾ ਸ਼ਾਇਦ ਆਪਣੀ ਭਾਸ਼ਾ ਦੀ ਵਿੱਚ ਸੰਖੇਪਤਾ ਲਿਆਉਣ ਦੇ ਲਈ ਜਾਂ ਪ੍ਰਭਾਵ ਵਧਾਉਣ ਦੇ ਲਈ ਹੀ ਅਖੌਤਾਂ ਦੀ, ਮੁਹਾਵਰਿਆਂ ਦੀ ਜਿਹੜੀ ਹੈ ਉਹ ਸਿਰਜਣਾ ਹੋਈ। ਸ਼ਾਇਦ ਇਸੇ ਯਤਨ ਦਾ ਸਿੱਟਾ ਹੈ ਕਿ ਭਾਸ਼ਾ ਦੀ ਵਰਤੋਂ ਵਿੱਚ ਸੰਖੇਪਤਾ ਆ ਸਕੇ। ਜਿਵੇਂ ਆਪਾਂ ਉਦਾਹਰਨ ਲਈਏ ਕਿ ਸੰਦੀਪ ਦਾ ਪਤੀ ਜਿਉਂਦਾ ਹੈ, ਉਹ ਭਾਗਾਂ ਵਾਲੀ ਹੈ। ਇੱਕ ਵਾਕ ਇਹ ਹੋ ਗਿਆ। ਦੂਸਰਾ ਅਸੀਂ ਕਹੀਏ ਕਿ ਸੰਦੀਪ ਸੁਹਾਗਣ ਭਾਗਣ ਹੈ। ਹੁਣ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਸੰਖੇਪ ਅਤੇ ਪ੍ਰਭਾਵਸ਼ਾਲੀ ਸਾਨੂੰ ਦੂਜਾ ਵਾਕ ਮਹਿਸੂਸ ਹੁੰਦਾ ਹੈ, ਜਿਵੇਂ ਸੰਦੀਪ ਸੁਹਾਗਣ ਭਾਗਣ ਹੈ। ਇਸੇ ਤਰ੍ਹਾਂ ਜੇ ਆਪਾਂ ਹੋਰ ਉਦਾਹਰਨ ਲਈਏ ਕਿ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ, ਸ਼ਾਹਕਾਰ। ਆਪਾਂ ਵਾਕ ਵੀ ਬਣਾਉਂਦੇ ਹਾਂ, ਪੜ੍ਹਿਆ ਵੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਸਾਹਿਬ ਸ਼ਾਹਕਾਰ ਰਚਨਾ ਹੈ। ਕਿ ਕਿਸੇ ਲੇਖਕ ਦੀ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ, ਉਹਦੇ ਲਈ ਆਪਾਂ ਇੱਕ ਸ਼ਬਦ ਵਰਤ ਸਕਦੇ ਹਾਂ, ਸ਼ਾਹਕਾਰ। ਇਸੇ ਤਰ੍ਹਾਂ ਹੋਰ ਸ਼ਬਦ ਜਿਵੇਂ ਆਪਾਂ ਗੱਲ ਕਰਨੀ ਹੋਵੇ ਕਿ ਦੂਜਿਆਂ ਦਾ ਉਪਕਾਰ ਕਰਨ ਵਾਲਾ, ਕਹਿਣ ਦੀ ਬਜਾਏ ਆਪਾਂ ਕਹਿ ਸਕਦੇ ਹਾਂ ਉਹ ਪਰਉਪਕਾਰੀ ਹੈ। ਪਰਉਪਕਾਰੀ ਸ਼ਬਦ ਉਹਦੇ ਲਈ ਵਰਤਿਆ ਜਾ ਸਕਦਾ ਹੈ। ਜਾਂ ਹੋਰ ਸ਼ਬਦ ਜੇ ਆਪਾਂ ਵੇਖੀਏ ਕਿ ਜਿਹੜਾ ਕਦੇ ਨਾ ਥੱਕੇ, ਅਣਥੱਕ ਸ਼ਬਦ ਉਸ ਲਈ ਵਰਤਿਆ ਜਾ ਸਕਦਾ ਹੈ। ਅਰਥਬੋਧ ਦੇ ਵਿੱਚ ਅਗਲਾ ਭਾਗ ਹੈ ਵਿਰੋਧਾਰਥਕ ਸ਼ਬਦ। ਵਿਰੋਧਾਰਥਕ ਸ਼ਬਦਾਂ ਦਾ ਗਿਆਨ ਹੋਣਾ, ਗਿਆਨ ਪ੍ਰਾਪਤ ਕਰਨ ਨਾਲ ਸ਼ਬਦ ਭੰਡਾਰ ਵਾਧਾ ਹੁੰਦਾ, ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ। ਵਿਰੋਧੀ ਸ਼ਬਦ ਜਦੋਂ ਅਸੀਂ ਇੱਕ ਸ਼ਬਦ ਹੈ ਜਿਹੜਾ ਉਹਦਾ ਵਿਰੋਧੀ ਅਰਥ ਵਾਲੇ ਸ਼ਬਦ ਵਰਤਣ ਦੀ ਕਈ ਵਾਰ ਲੋੜ ਪੈਂਦੀ ਹੈ। ਜਿਵੇਂ ਉੱਚੀ ਨਾ ਬੋਲ, ਹੌਲੀ ਬੋਲ, ਬਾਕੀ ਜਮਾਤਾਂ ਦੇ ਵਿਦਿਆਰਥੀ ਦੂਰ ਨਹੀਂ ਨੇੜੇ ਹੀ ਬੈਠੇ ਹਨ। ਜਾਂ ਹੋਰ ਉਦਾਹਰਨ ਲਈਏ ਆਪਾਂ
ਨਿੱਕਾ ਹੁੰਦਾ ਨਰਿੰਦਰ ਪਤਲਾ ਹੁੰਦਾ ਸੀ, ਹੁਣ ਵੱਡਾ ਹੋ ਕੇ ਮੋਟਾ ਹੋ ਗਿਆ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਇਹ ਸ਼ਬਦ ਦਾ ਕੋਈ ਜਿਹੜਾ ਵਿਰੋਧਾਰਥਕ ਸ਼ਬਦ ਹੈ ਕਿਸੇ ਖਾਸ ਪ੍ਰਸੰਗ ਵਿੱਚ ਹੀ ਹੁੰਦਾ ਹੈ। ਕਿਸੇ ਹੋਰ ਪ੍ਰਸੰਗ ਵਿੱਚ ਉਸ ਸ਼ਬਦ ਦਾ ਕੋਈ ਹੋਰ ਵਿਰੋਧਾਰਥਕ ਸ਼ਬਦ ਹੋ ਸਕਦਾ ਹੈ। ਜਿਵੇਂ ਆਪਾਂ ਉਦਾਹਰਨ ਲਈਏ, ਸ਼ਬਦ ਲਈਏ ਉੱਚੀ। ਉੱਚੀ ਸ਼ਬਦ ਦਾ ਵਿਰੋਧਾਰਥਕ ਸ਼ਬਦ ਹੌਲੀ। ਪਰ ਜਦੋਂ ਇਹਨੂੰ ਕਿਸੇ ਪ੍ਰਸੰਗ ਦੇ ਵਿੱਚ ਵਰਤਣਾ ਹੈ ਤਾਂ ਇਹਦਾ ਵਿਰੋਧਾਰਥਕ ਸ਼ਬਦ ਨੀਵੀਂ ਵੀ ਹੋ ਸਕਦਾ ਹੈ। ਜਿਵੇਂ ਦਵਾਈਆਂ ਕਿਸੇ ਉੱਚੀ ਥਾਂ 'ਤੇ ਰੱਖੋ, ਨੀਵੀਂ ਥਾਂ ਰੱਖੀਆਂ ਦਵਾਈਆਂ ਬੱਚਿਆਂ ਦੇ ਹੱਥ ਲੱਗ ਸਕਦੀਆਂ ਹਨ। ਇਸੇ ਤਰ੍ਹਾਂ ਸ਼ਬਦ ਵਰਤ ਸਕਦੇ ਹਾਂ ਆਪਾਂ ਪਤਲਾ। ਗਰਮੀਆਂ ਵਿੱਚ ਪਤਲਾ ਕੱਪੜਾ ਪਸੰਦ ਕੀਤਾ ਜਾਂਦਾ ਹੈ ਅਤੇ ਸਰਦੀਆਂ ਵਿੱਚ ਗੱਫ। ਜੇ ਬੱਚੇ ਨੂੰ ਗਾੜਾ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ। ਹੁਣ ਇੱਕ ਜਗ੍ਹਾ ਜਿੱਥੇ ਆਪਾਂ ਗਰਮੀਆਂ ਵਿੱਚ ਪਤਲਾ ਕੱਪੜਾ ਪਸੰਦ ਕੀਤਾ ਜਾਂਦਾ ਹੈ, ਸਰਦੀਆਂ ਵਿੱਚ ਗੱਫ, ਇੱਥੇ ਪਤਲਾ ਦਾ ਵਿਰੋਧੀ ਸ਼ਬਦ ਕੀ ਆਇਆ? ਗੱਫ। ਅਤੇ ਜੇ ਬੱਚੇ ਨੂੰ ਗਾੜਾ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ। ਇੱਥੇ ਪਤਲਾ ਸ਼ਬਦ ਦਾ ਅਸੀਂ ਵਿਰੋਧੀ ਸ਼ਬਦ ਕੀ ਵਰਤਿਆ? ਗਾੜਾ। ਇਸ ਤਰ੍ਹਾਂ ਵਿਰੋਧੀ ਸ਼ਬਦ ਜਿਹੜੇ ਹੈ ਉਹ ਵੱਖ-ਵੱਖ ਪ੍ਰਸੰਗ ਦੇ ਵਿੱਚ ਆਪਣਾ ਵੱਖ-ਵੱਖ ਅਰਥ ਰੱਖ ਲੈਂਦੇ ਆ। ਇਹ ਸਨ ਬੱਚਿਓ ਅਰਥ-ਬੋਧ ਦੇ 4 ਭਾਗ ਜਿਹੜੇ ਅੱਜ ਤੁਹਾਡੇ ਨਾਲ ਗੱਲ ਕੀਤੀ। ਬਹੁਤ ਬਹੁਤ ਧੰਨਵਾਦ।